ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅੱਜ ਵੀਡੀਓ ਕਾਫੀ ਹਫ਼ਤੇ ਬਾਅਦ ਹੀ ਬਣ ਰਹੀ ਆ ਕਿਉਂਕਿ ਮੇਰੇ ਸੱਟ ਲੱਗ ਗਈ ਸੀਗੀ ਅਤੇ ਮੱਕੀ ਲਾ ਰਹੇ ਹਾਂ ਜੀ। ਆ ਪਾਣੀ ਲੱਗ ਰਿਹਾ ਅਤੇ ਲਗਾ ਰਹੇ ਨੇ ਬੰਦੇ। ਆਪਣਾ ਬੀਜ ਆ 3555। ਆਪਣੇ ਹੱਥ ਦੇ ਉੱਤੇ ਆ ਉਂਗਲੀ ਆ ਗਈ ਸੀਗੀ ਜੀ ਆਲੂਆਂ ਵਾਲੀ ਮਸ਼ੀਨ 'ਚ, ਜਿਸ ਤਰ੍ਹਾਂ ਪਟਾਈ ਲੱਗੀ ਹੋਈ ਸੀ ਪਹਿਲੇ ਤੁਹਾਨੂੰ ਦੱਸਿਆ। ਉਹ ਪਟਾਈ ਦੇ ਵਿੱਚ ਉਹ ਬੈਲਟ ਥੋੜ੍ਹਾ ਜਿਹਾ ਮਸਲਾ ਕਰ ਰਿਹਾ ਸੀਗਾ ਬਾਰ-ਬਾਰ। ਉਹ 2-3 ਵਾਰੀ ਤਾਂ ਸਹੀ ਨਿਕਲ ਗਿਆ ਅਤੇ ਤੀਸਰੀ ਚੌਥੀ ਵਾਰੀ 'ਚ ਮੈਂ ਖਿੱਚਿਆ ਦੇ ਵਿੱਚ ਉਂਗਲ ਆ ਗਈ। ਉਹਦੀ ਵਜ੍ਹਾ ਤੋਂ ਉਂਗਲ ਅਗਲੀ ਸਾਈਡ ਦੇ ਉੱਤੋਂ ਨਾ ਉਂਗਲੀ ਥੋੜ੍ਹੀ ਜਿਹੀ ਕੱਟ ਗਈ ਅਤੇ ਸ਼ੁਕਰ ਆ ਵੱਡੇ ਡੈਮੇਜ ਤੋਂ ਬਚ ਗਏ। ਅਤੇ ਦਰਦ ਜਿਹਾ ਤਾਂ ਰਿਹਾ 2-3 ਦਿਨ, 2-4 ਦਿਨ ਤਾਂ ਕਾਫੀ ਦਰਦ ਰਿਹਾ। ਹੁਣ ਤਾਂ ਮਾਸ਼ਾਅੱਲਾ ਠੀਕ ਆ, ਹਰ ਚੀਜ਼ ਠੀਕ ਆ। ਅੱਛਾ, ਹੁਣ ਮੈਂ ਖੇਲਾਂ ਬਣਾਈਆਂ, ਉਹਦੇ ਬਾਰੇ 'ਚ ਵੀ ਤੁਹਾਨੂੰ ਦੱਸਣਾ ਸੀ ਵੀ ਕਿਸ ਤਰ੍ਹਾਂ ਦੀਆਂ ਬਣੀਆਂ ਜਾਂ ਕੀ ਹਿਸਾਬ ਕਿਤਾਬ ਰਿਹਾ। ਅਤੇ ਆਪਾਂ 3555 ਲਾ ਰਹੇ ਹਾਂ ਸੋਹਣੀ ਧਰਤੀ ਦਾ। ਪਿਛਲੇ ਸਾਲ ਵੀ ਲਾਇਆ ਸੀ ਮਾਸ਼ਾਅੱਲਾ, 90 ਮਣ ਆਈ ਸੀ, ਜਿਹੜੀ ਐਵਰੇਜ ਆਮ ਹੀ ਚੱਲਦੀ ਰਹੀ ਕਿਉਂਕਿ ਗਰਮੀ ਪਿਛਲੀ ਵਾਰੀ ਜ਼ਿਆਦਾ ਪੈ ਗਈ ਸੀਗੀ। ਅਤੇ 63-17 ਲਾਈਦਾ ਵਾ ਆਪਾਂ ਦੂਸਰਾ ਬੀਜ, ਅਤੇ ਇੱਕ ਇਹ ਲਾਈਦਾ ਹੈਗਾ, ਅਤੇ 70-24 ਵਿੱਚ ਲਾਈਦਾ ਵਾ। ਅਤੇ ਇਸ ਟਾਈਮ ਤਾਂ 6 ਕਿੱਲੇ 3555 ਦੇ ਹੀ ਲਾ ਰਹੇ ਹਾਂ। ਅੱਗੇ 12.5 ਕਿੱਲਿਆਂ ਦਾ ਇਹ ਪਲਾਟ ਆ ਆਲੂਆਂ ਵਾਲੀ ਜਗ੍ਹਾ, ਜਿਹੜੇ ਆਪਾਂ ਆਲੂ ਪੱਟੇ ਨੇ, ਅਤੇ ਉਹ ਆਪਾਂ ਹੁਣ ਕਰਾਂਗੇ ਕੀ ਹਿਸਾਬ ਕਿਤਾਬ ਬਣਦਾ ਵਾ। ਤੁਹਾਨੂੰ ਦੱਸਦੇ ਹਾਂ ਖੇਲਾਂ ਕਿੱਡੀਆਂ ਕਿਸ ਤਰ੍ਹਾਂ ਬਣਾਈਆਂ ਅਤੇ ਕਿਸ ਤਰ੍ਹਾਂ ਲਵਾ ਰਹੇ ਹਾਂ। ਇੱਕ ਥੈਲਾ 1 ਕਿੱਲੇ ਨੂੰ ਲਾ ਰਹੇ ਹਾਂ। ਇਹਨੂੰ ਜਿਹੜੀ ਆਪਾਂ ਦਵਾਈ ਲਾਈ ਆ ਉਹ ਸੀਡੋ ਦੇ ਨਾਮ 'ਤੇ ਆ, ਵੈਲ ਕੇਅਰ ਕੰਪਨੀ ਦੀ। ਉਹ ਆਪਾਂ ਦਵਾਈ ਹਰ ਸਾਲ ਹੀ ਇਹੀ ਲਾਈ ਦੀ ਆ ਹਰ ਮਕਈ ਨੂੰ। ਇਹ ਲਗਾਉਣ ਦਾ ਮਤਲਬ ਇਹ ਹੁੰਦਾ ਵਾ ਕਿ ਮੱਕੀ ਜਿਹੜੀ ਆ ਆਪਣੀ, ਉਹ ਕਿਉਂਕਿ ਆਹ ਜਿਹੜੀ ਆਪਣੀ ਮੱਕੀ ਹੁੰਦੀ ਆ ਬਹਾਰੀਆ ਮਕਈ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਜਿਹੜੀ ਟਾਈਮ ਜ਼ਿਆਦਾ ਲੈ ਜਾਂਦੀ ਆ ਥੱਲੇ ਜ਼ਮੀਨ ਦੇ ਵਿੱਚ। ਤਕਰੀਬਨ ਇਹਨੇ 10-15 ਦਿਨਾਂ ਦੇ ਵਿੱਚ ਨਿਕਲਣਾ ਹੁੰਦਾ। ਅੱਜ ਕੱਲ੍ਹ ਗਰਮੀ ਜ਼ਿਆਦਾ ਪੈ ਰਹੀ ਆ, ਉਮੀਦ ਆ 10 ਦਿਨਾਂ 'ਚ ਨਿਕਲ ਆਏਗੀ। ਪਹਿਲੇ ਵੀ 2 ਕਿੱਲੇ ਲਾਏ ਨੇ, ਉਹ ਤਾਂ ਮਾਸ਼ਾਅੱਲਾ ਸਾਰੇ ਉਗ ਰਹੇ ਆ। ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਉਹਦਾ ਰਿਜ਼ਲਟ ਆ। 63-17 ਲੱਗੀ ਸੀ, ਕਿੰਨੀ ਕੁ ਉਹ ਨਿਕਲੀ ਆ। ਅਤੇ ਇਹਦੇ ਬਾਰੇ 'ਚ ਵੀ ਹੁਣ ਅੱਜ ਤਰੀਕ ਜਿਹੜੀ ਹੈਗੀ ਆ ਜਨਾਬ 6 ਤਰੀਕ ਹੈਗੀ ਆ, ਅਤੇ 6 ਤਰੀਕ ਤੋਂ ਬਾਅਦ ਇਹਨੂੰ ਆਪਾਂ ਦੇਖਦੇ ਕਿੰਨੇ ਦਿਨਾਂ ਦੇ ਵਿੱਚ ਇਹ ਨਿਕਲੇਗੀ। ਅਤੇ ਹੁਣ ਆਪਾਂ ਖੇਲਾਂ ਦੇ ਬਾਰੇ 'ਚ ਦੇਖਦੇ ਹਾਂ ਵੀ ਖੇਲਾਂ ਦਾ ਸਾਈਜ਼ ਕੀ ਰਿਹਾ। ਆਹ ਜਿਹੜੀਆਂ ਖੇਲਾਂ ਵਾ ਜਨਾਬ, ਆਪਾਂ ਬਣਾ ਰਹੇ ਹਾਂ ਖੇਲਾਂ ਦਾ ਸਾਈਜ਼। ਤੁਸੀਂ ਦੇਖ ਲਓ, ਛੋਟੀਆਂ ਖੇਲਾਂ ਵਾ, ਪਲਾਂਟਰ ਵਾਲੀਆਂ ਨੇਗੀਆਂ ਦੋਨਾਂ ਸਾਈਡਾਂ ਵਾਲੀਆਂ, ਅਤੇ ਤਕਰੀਬਨ 93-94 96 ਤੱਕ ਖੇਲਾਂ ਬਣ ਰਹੀਆਂ ਕਿੱਲੇ ਦੀਆਂ, ਥੋੜ੍ਹੀਆਂ ਘੱਟ ਬਣ ਰਹੀਆਂ ਵਾ। ਅਤੇ ਆਪਾਂ ਲਾਈ ਦੀ ਆ ਮਗਰਬ ਵਾਲੀ ਸਾਈਡ ਦੇ ਉੱਤੇ, ਮਸ਼ਰਕ ਵਾਲੀ ਸਾਈਡ ਦੇ ਉੱਤੇ, ਕਿਉਂਕਿ ਧੁੱਪ ਜਲਦੀ ਸੁਬਾਹ ਇੱਥੋਂ ਪੈਂਦੀ ਆ ਅਤੇ ਇਸ ਸਾਈਡ ਦੇ ਉੱਤੇ ਮੱਕੀ ਲੱਗਦੀ ਹੁੰਦੀ ਆ ਮਸ਼ਰਕ ਵਾਲੀ ਸਾਈਡ ਦੇ ਉੱਤੇ। ਇਹਦੇ ਵਿੱਚ ਇਹੀ ਇੱਕ ਇਹਤਿਆਤ ਕਰਨ ਵਾਲੀ ਚੀਜ਼ ਹੁੰਦੀ ਆ, ਉਹ ਤੁਸੀਂ ਜ਼ਰੂਰ ਕਰਨੀ ਆ। ਇੱਧਰਲਾ ਪਲਾਟ ਲੱਗ ਗਿਆ ਵਾ, ਸੁਬਾਹ ਦੇ ਲੱਗੇ ਹੋਏ ਸੀਗੇ। ਇਹ 2.5 ਕਿੱਲਿਆਂ ਦਾ ਪਲਾਟ ਆਪਣਾ ਇੱਧਰੋਂ ਲੱਗ ਗਿਆ ਵਾ, ਅਤੇ ਹੁਣ ਇੱਧਰਲੇ ਪਾਸੇ ਪਾਣੀ ਲੱਗ ਰਿਹਾ ਵਾ, ਅਤੇ ਆਹ ਆਪਣੇ ਮੱਕੀ ਲੱਗ ਰਹੀ ਹੈ। ਮੱਕੀ ਦੀਆਂ ਕੁਛ ਖ਼ਾਸ ਚੀਜ਼ਾਂ ਹੁੰਦੀਆਂ ਵਾ ਬਹਾਰੀਆ ਮੱਕੀ ਨੂੰ ਗਰੋਥ ਕਰਨ ਲਈ। ਇੱਕ ਤਾਂ ਮੌਸਮ ਬਹੁਤ ਇਹਦੇ ਉੱਤੇ ਇਫੈਕਟ ਕਰਦਾ ਵਾ ਕਿ ਤੁਸੀਂ ਮੌਸਮ ਕੈਸਾ ਇਹਦੇ ਉੱਤੇ ਰਿਹਾ ਵਾ। ਆਹ ਜਨਾਬ ਅੱਜ ਦੂਸਰਾ ਦਿਨ ਹੈਗਾ ਵਾ ਆਪਣਾ ਅਗਲਾ, ਅਤੇ ਪਹਿਲੇ ਆਪਾਂ 3555 ਲਾਇਆ ਸੀਗਾ, ਅਤੇ ਹੁਣ 3575 ਲਗਾ ਰਹੇ ਹਾਂ। ਇਹ ਸਾਈਲੇਜ ਵਾਸਤੇ ਵੀ ਅੱਛੀ ਵਰਾਇਟੀ ਆ, ਆਖਰ ਤੱਕ ਹਰੀ ਰਹਿੰਦੀ ਆ, ਅਤੇ ਐਵਰੇਜ ਵੀ ਮਾਸ਼ਾਅੱਲਾ ਦੀ ਅੱਛੀ ਆ ਜਾਂਦੀ ਆ। ਥੋੜ੍ਹੀ ਗਰਮੀ ਨੂੰ ਬਰਦਾਸ਼ਤ ਵੀ ਸਹੀ ਕਰ ਜਾਂਦੀ। ਐਤਕੀ ਗਰਮੀ ਕਿਉਂਕਿ ਪਹਿਲੇ ਪੈਣੀ ਸ਼ੁਰੂ ਹੋ ਗਈ ਸੀ, ਇਸ ਵਜ੍ਹਾ ਦੇ ਉੱਤੋਂ ਮੈਂ ਇਹਦੇ ਉੱਤੇ ਰਿਸਕ ਲਿਆ ਵਾ। ਹਾਲਾਂਕਿ ਮੈਂ ਲਾਉਂਦਾ ਹੈਗਾ ਵਾ ਥੋੜ੍ਹਾ ਜਿਹਾ ਲੇਟ ਕਰਕੇ ਲਸਣ ਦੀ ਪੈਲੀ ਦੇ ਉੱਤੇ, ਪਰ ਐਤਕੀ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ 3575 ਦਾ ਹੀ ਫੈਸਲਾ ਕੀਤਾ ਕਿ ਇਹਨੂੰ ਵੀ ਨਾਲ ਲਾਜ਼ਮੀ ਲਾਉਣਾ ਚਾਹੀਦਾ, ਕਿਉਂਕਿ ਆਪਣਾ ਮਾਲ ਦਾ ਕੰਮ ਆ। ਡੰਗਰ ਵਾਹਵਾ ਹੈਗੇ ਨੇ, ਜਿਹਨੂੰ ਆਪਾਂ ਗਾਵਾਂ ਅਤੇ ਮੱਝਾਂ ਅਤੇ ਕੀ ਨਾ ਕੀ ਕੁਛ, ਅਤੇ ਉਹਨਾਂ ਵਾਸਤੇ ਸਾਈਲੇਜ ਵੀ ਜ਼ਰੂਰੀ ਆ, ਹਰੇ ਪੱਠੇ ਵੀ ਜ਼ਰੂਰੀ ਆ। ਇਸ ਲਈ 3575 ਦਾ ਇੰਤਖਾਬ ਕੀਤਾ। 2-3 ਸਾਲ ਤੋਂ ਮੈਂ ਲਾ ਰਿਹਾ, ਅੱਛਾ ਰਿਜ਼ਲਟ ਆ ਰਿਹਾ ਇਹਦਾ। ਪਿਛਲੇ ਸਾਲ ਆਹ ਜਿਹੜਾ ਆਪਣਾ ਲੰਬਾ ਪਲਾਟ ਹੈਗਾ ਵਾ, ਇਹ 2 ਕਿੱਲਿਆਂ ਦੀ ਲਾਮ ਹੈ, ਇਹਦੇ ਉੱਤੇ ਮੈਂ ਲਾਏ ਸੀ 5 ਕਿੱਲੇ ਅਤੇ ਸਾਈਲੇਜ ਬਣਾਇਆ ਸੀਗਾ। ਐਤਕੀ ਇਹਨੂੰ ਆਲੂਆਂ ਵਾਲੀ ਜਗ੍ਹਾ ਸੀਗੀ ਅਤੇ ਉੱਥੇ ਵੀ ਆਪਾਂ ਲਾ ਰਹੇ ਹਾਂ 3575। ਇਹਨੂੰ ਤੁਸੀਂ ਹਰੀ ਵਰਾਇਟੀ, ਸਾਈਲੇਜ ਵਾਲੀ ਵਰਾਇਟੀ ਕਹਿ ਸਕਦੇ ਹੋ। ਉਂਝ ਇਹਦਾ ਦਾਣਾ ਵੀ ਅੱਛਾ ਬਣਦਾ ਵਾ, ਛੱਲੀ ਦਾ ਸਾਈਜ਼ ਵੀ ਠੀਕ ਹੁੰਦਾ ਵਾ। 3555 ਦਾ ਵੀ ਠੀਕ ਹੁੰਦਾ ਵਾ। ਇਹਨੂੰ
ਪਰ ਉਹ ਪੱਕ ਜਾਂਦੀ ਹੈ ਜਲਦੀ, ਉਹਦੇ ਟਾਂਡੇ ਖੁਸ਼ਕ ਹੋ ਜਾਂਦੇ ਜਿਹੜੇ ਜਲਦੀ। ਇਸ ਵਾਸਤੇ 35-55 ਵਾਸਤੇ ਤੁਸੀਂ ਜ਼ਿਹਨ 'ਚ ਰੱਖਣਾ ਵਾ, ਜਦੋਂ ਤੁਸੀਂ ਆਪਣਾ ਜਿਹੜਾ ਹਰਾ ਨਹੀਂ ਕਰਨਾ, ਉਹਨੂੰ ਸੁਕਾਉਣਾ ਵਾ ਪੂਰਾ, ਫਿਰ 35-55 ਲਾਓ। ਜੇ ਤੁਸੀਂ ਉਹਨੂੰ ਹਰਾ ਰੱਖਣਾ ਮਾਲ ਵਾਸਤੇ, ਫਿਰ 35-75 ਲਾਓ। ਸੋਹਣੀ ਧਰਤੀ ਦੇ ਅੱਛੇ ਬੀਜ ਹੈਗੇ ਨੇ, ਕੁਛ ਬੀਜਾਂ 'ਚ ਮਸਲੇ ਵੀ ਹੈਗੇ ਨੇ, ਉਹ ਤੁਹਾਨੂੰ ਨਾਲ ਨਾਲ ਦੱਸਦੇ ਰਹਾਂਗੇ। ਹਰ ਕਿਸੇ ਦਾ ਆਪਣਾ ਪਸੰਦੀਦਾ ਬੀਜ ਹੁੰਦਾ ਵਾ ਜੀ। ਮੇਰਾ 63-17 ਅਤੇ 35-55 ਭਾਰੀਆ ਮਕਈ ਦੇ ਵਿੱਚ 67-21 ਲੋਕ ਬਹੁਤ ਪਸੰਦ ਕਰਦੇ ਨੇ। ਬਹਰਹਾਲ ਮੈਨੂੰ ਉਹ ਨਹੀਂ ਜ਼ਿਆਦਾ ਪਸੰਦ, ਪਤਾ ਨਹੀਂ ਮੇਰਾ ਉਹਦੇ ਨਾਲ ਤਜਰਬਾ ਨਹੀਂ ਅੱਛਾ ਰਿਹਾ। ਹਰ ਕਿਸੇ ਦਾ ਆਪਣਾ ਆਪਣਾ ਤਜਰਬਾ ਹੁੰਦਾ, ਹਰ ਕਿਸੇ ਦੀ ਆਪਣੀ ਆਪਣੀ ਲੈਣ ਦੇਣ ਹੁੰਦੀ ਆ। ਆਹ 35-55 ਇੱਥੇ ਤੱਕ ਲੱਗ ਗਿਆ। ਹੁਣ ਅੱਗੇ ਆਪਣਾ 35-75 ਲੱਗ ਰਿਹਾ। ਇਹ ਆ ਜਿਹੜੇ ਆਪਣਾ 5 ਕਿੱਲੇ ਸੀਗੇ, ਇਹਦੀ ਤਿਆਰੀ ਥੋੜ੍ਹੀ ਜਿਹੀ ਸਹੀ ਨਹੀਂ ਹੋਈ ਆਪਣੇ ਕੋਲੋਂ। ਉਹਦੀ ਵਜ੍ਹਾ ਹੈ ਕਿ ਇੱਕ ਤਾਂ ਇਹ ਰੰਬਿਆਂ ਨਾਲ ਪਟਾਇਆ ਹੋਇਆ ਸੀਗਾ। ਰੰਬਿਆਂ ਨਾਲ ਜਦੋਂ ਵੀ ਜ਼ਮੀਨ ਆਲੂ ਤਿਆਰ ਖਾਲੀ ਕੀਤੀ ਜਾਂਦੀ ਆ, ਉਹਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ। ਇੱਕ ਦਫਾ ਡਿਸਕਾਂ ਮਾਰ ਕੇ, ਉੱਤੋਂ ਰੂਟਰ ਵੀ ਮਾਰ ਕੇ, ਫਿਰ ਦੁਬਾਰਾ ਹਲ ਮਾਰਨੇ ਪੈਂਦੇ 2 ਵਾਰੀ, ਫਿਰ ਜਾ ਕੇ ਕੋਈ ਪੈਲੀ ਦਾ ਮੂੰਹ ਸਿਰ ਬਣ ਜਾਂਦਾ। ਕਈ ਦਫਾ ਹਰ ਪੈਲੀ ਦਾ ਵੀ ਹਿਸਾਬ ਹੁੰਦਾ ਵਾ, ਕਈ ਜਗ੍ਹਾ 'ਤੇ ਨਹੀਂ ਸਹੀ ਬਣਦੀ। ਆਹ ਹੁਣ ਪੈਲੀ ਮੇਰੇ ਖਿਆਲ 'ਚ ਨਹੀਂ ਸਹੀ ਬਣੀ ਹੈਗੀ। ਹਾਲਾਂਕਿ ਪੂਰੀ ਮਿਹਨਤ ਕੀਤੀ, ਇੱਕ ਟਾਈਮ ਜ਼ਿਆਦਾ ਲੱਗ ਰਿਹਾ ਸੀਗਾ, ਵਜ੍ਹਾ ਇੱਕ ਟਾਈਮ ਗੁਜ਼ਰ ਰਿਹਾ ਸੀਗਾ। ਅੱਜ 8 ਤਰੀਕ ਹੋ ਗਈ ਆ, ਅਤੇ ਉਹਦੀ ਵਜ੍ਹਾ ਦੇ ਉੱਤੋਂ ਜਲਦੀ ਦੇ ਵਿੱਚ ਵੀ ਥੋੜ੍ਹੀ ਜਿਹੀ ਪੈਲੀ ਨਹੀਂ ਠੀਕ ਬਣੀ। ਬਹਰਹਾਲ ਪਿੱਛੇ ਜਿਹੜੀ ਆਪਾਂ ਮਸ਼ੀਨ ਨਾਲ ਪਟਾਈ ਕੀਤੀ ਸੀ ਆਲੂਆਂ ਦੀ, ਉਹ 'ਤੇ ਸਿਰਫ ਇੱਕ ਡਿਸਕਾਂ ਮਾਰੀਆਂ ਅਤੇ ਪੈਲੀ ਐਨ ਰੇਤ ਤਰ੍ਹਾਂ ਹੋ ਗਈ, ਅਤੇ ਉੱਤੋਂ ਹਲ ਮਾਰ ਕੇ ਅਤੇ ਖੇਲਾਂ ਕੱਢ ਦਿੱਤੀ। ਇਹਦੇ ਉੱਤੇ ਜਿਹੜਾ ਖਰਚਾ ਇਸ ਟਾਈਮ 16,000 ਦਾ ਬੀਜ, 3,000 ਰੁਪਇਆ ਲਵਾਈ, ਅਤੇ ਤੇਲ ਦਾ ਖਰਚਾ ਜਾਂ ਟਰੈਕਟਰ ਡਰਾਈਵਰ ਦਾ ਤੁਸੀਂ ਜਿਵੇਂ ਪਾਵਾਂ ਤਕਰੀਬਨ 5,000 ਰੁਪਇਆ ਖਰਚਾ, 25,000 ਰੁਪਇਆ ਉਹਨਾਂ ਨੇ ਐਵਰੇਜ ਖਰਚਾ ਹੋ ਗਿਆ। ਤਕਰੀਬਨ ਘੰਟਾ ਟਿਊਬਵੈੱਲ ਦਾ ਵੀ ਜੇ 2 ਲਾਈਏ ਤਾਂ 26-27,000 ਰੁਪਏ ਪਹਿਲੇ ਦਿਨ 'ਚ ਮਕਈ ਤੁਹਾਨੂੰ ਪੈ ਜਾਂਦੀ ਹੈ ਜਦੋਂ ਤੁਸੀਂ ਲਾਉਂਦੇ। ਹਜੇ ਉੱਤੇ ਫਰਟੀਲਾਈਜ਼ਰ ਹੋਣਾ ਵਾ, ਇਹਦੇ ਉੱਤੇ ਸਪਰੇਅ ਵਗੈਰਾ ਹੋਣੀਆਂ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਹੜੀਆਂ ਫਰਟੀਲਾਈਜ਼ਰ 'ਤੇ ਸਪਰੇਅ ਕਰਨੀਆਂ ਚਾਹੀਦੀਆਂ, ਕਿਹੜੀਆਂ ਠੀਕ ਨੇ। ਇਹ ਮਕਈ ਬਹੁਤ ਜ਼ਿਆਦਾ ਖਰਚਾ ਲੈਂਦੀ ਆ, ਬਹਾਰੀਆ ਮਕਈ, ਕਿਉਂਕਿ ਇਹਦੀ ਐਵਰੇਜ ਵੀ ਅੱਛੀ ਹੁੰਦੀ ਆ, ਅਤੇ ਲੋਕ ਇਹਦੇ ਉੱਤੇ ਜ਼ਿਆਦਾ ਖਰਚਾ ਇਸੇ ਲਈ ਹੀ ਕਰਦੇ ਆ ਜੀ। ਜਨਾਬ ਇਹ ਆਪਣੀ 63-17 ਮੱਕੀ ਲੱਗੀ ਹੋਈ ਆ। ਇਹ ਆਪਣੀ ਕਾਸ਼ਤ ਹੈਗੀ ਆ ਅੱਜ ਤੋਂ 15 ਦਿਨ ਪਹਿਲੇ, 25 ਤਰੀਕ ਦੀ, 25 ਜਨਵਰੀ ਦੀ, ਅਤੇ ਮਾਸ਼ਾਅੱਲਾ ਗਾਓ ਪੂਰਾ ਹੋਇਆ, ਠੀਕ ਹੋਇਆ। ਇਹਨਾਂ ਦਿਨਾਂ ਦੇ ਵਿੱਚ ਇੱਕ ਥੋੜ੍ਹਾ ਜਿਹਾ ਮਸਲਾ ਹੋਰ ਹੁੰਦਾ ਵਾ, ਜਿਹੜਾ ਪੌਦੇ ਕਿਉਂਕਿ ਲੇਟ ਉਗਰਦੇ ਹੁੰਦੇ ਆ, 15-20 ਦਿਨ ਲੈ ਜਾਂਦੇ ਆ, ਅਤੇ ਉਹ 15-20 ਦਿਨ ਦੇ ਵਿੱਚ ਨਾ ਆਪਣੇ ਜਿਹੜੇ ਕਾਂ ਹੁੰਦੇ ਆ ਜਾਂ ਪਰਿੰਦੇ ਜਿਹਨੂੰ ਦੂਸਰੇ ਵੀ, ਉਹ ਵਿੱਚੋਂ ਵੀ ਕੱਢ ਕੇ ਖਾਣ ਲੱਗ ਪੈਂਦੇ। ਉਹਦੀ ਵਜ੍ਹਾ ਦੇ ਤੋਂ ਨਾ ਮੱਕੀ ਦੇ ਉੱਤੇ ਕਾਫੀ ਇਫੈਕਟ ਹੁੰਦਾ ਕਿ ਵਿੱਚੋਂ ਦਾਣੇ ਖਾ ਜਾਂਦੇ ਆ। ਮਾਸ਼ਾਅੱਲਾ ਬਾਕੀ ਠੀਕ ਹੈਗਾ। ਥੋੜ੍ਹੇ ਦਿਨ ਕੋਰਾ ਵੀ ਪਿਆ ਵਿੱਚ। ਹੁਣ ਮੌਸਮ ਬਹਰਹਾਲ ਗਰਮੀ ਆ, ਗਰਮੀ ਦੇ ਵਿੱਚ ਇੱਕ ਕਿਸਾਨ ਦਾ ਦਿਲ ਥੋੜ੍ਹਾ ਜਿਹਾ ਉੱਤੇ ਥੱਲੇ ਹੁੰਦਾ ਵਾ ਕਿ ਕੀ ਹੋ ਰਿਹਾ ਵਾ, ਕਿਉਂਕਿ ਗਰਮੀ ਜਦੋਂ ਵੀ ਹੁੰਦੀ ਆ ਐਰਕੀ, ਕਿਉਂਕਿ ਜ਼ਿਆਦਾ ਗਰਮੀ ਪੈ ਰਹੀ ਆ, ਦੂਸਰਾ ਮਹੀਨਾ ਵਾ, ਅਤੇ ਠੀਕ ਠਾਕ ਗਰਮੀ ਦੂਸਰੇ ਮਹੀਨੇ ਦੇ ਹਿਸਾਬ ਨਾਲ ਪੈ ਰਹੀ ਹੈਗੀ ਆ, ਅਤੇ ਉਹਦੇ ਵਿੱਚ ਆਪਾਂ ਮੱਕੀ ਜਿਹੜੀ ਬਹਾਰੀਆ ਮਕਈ ਆ ਆਪਣੀ, ਉਹਨੂੰ ਇਫੈਕਟ ਹੋਣ ਦਾ ਬਹੁਤ ਜ਼ਿਆਦਾ ਡਰ ਆ। ਇਹ ਗਰਮੀ ਦੀ ਵਜ੍ਹਾ ਤੋਂ ਜਲਦੀ ਐਰਕੀ ਨਿਕਲਿਆ ਹੀ ਮੱਕੀ, ਤਕਰੀਬਨ 10 ਦਿਨ ਦੇ ਬਾਅਦ ਹੀ ਮੱਕੀ ਬਾਹਰ ਆ ਗਈ ਸੀ। ਅਤੇ ਹੁਣ ਆਪਾਂ ਇਹਨੂੰ ਜਿਹੜੀ ਫਰਟੀਲਾਈਜ਼ਰ ਪਲਾਨ ਆ ਉਹਦੇ ਉੱਤੇ ਹੁਣ ਆਪਾਂ ਚੱਲਾਂਗੇ। ਇਹਨੂੰ ਆਪਾਂ ਕੀ ਪਾਉਣਾ ਵਾ, ਕੀ ਕਰਨਾ ਵਾ, ਇਹਨੂੰ ਆਪਾਂ ਕਿੰਨੀ ਫਾਸਫੋਰਸ ਪਾਉਣੀ ਆ, ਕਿੰਨੀ ਆਪਾਂ ਇਹਨੂੰ ਪੋਟਾਸ਼ ਪਾਉਣੀ ਆ, ਅਤੇ ਕਿੰਨੀ ਆਪਾਂ ਇਹਨੂੰ ਨਾਈਟ੍ਰੋਜਨ ਪਾਉਣੀ ਆ, ਇਹ ਤੁਹਾਡੇ ਨਾਲ ਇਨਸ਼ਾਅੱਲਾ ਸ਼ੇਅਰ ਕਰਾਂਗੇ। ਬਾਕੀ ਇਹਦਾ ਉਗਾਓ 63-17 ਇਹ ਬੀਜ ਆ। ਦੂਸਰਾ ਤੁਹਾਨੂੰ ਦਿਖਾ ਰਹੇ ਸੀਗੇ ਉਹ 35-55 ਸੀ ਸੋਹਣੀ ਧਰਤੀ ਦਾ, ਉਹ ਆਪਾਂ ਲਗਾਇਆ, ਅਤੇ 35-75 ਇਹ ਮਨਸੈਂਟੋ ਵਾਲਿਆਂ ਦਾ ਵਾ। ਅੱਛਾ ਇਹਦਾ ਰਿਜ਼ਲਟ ਹੈਗਾ ਵਾ ਗਰਮੀ ਬਰਦਾਸ਼ਤ ਕਰਨ ਦਾ। ਐਰਕੀ ਮੈਂ ਕੋਸ਼ਿਸ਼ ਇਹੀ ਕਰ ਰਿਹਾ ਕਿ ਜਿਹੜੀਆਂ ਗਰਮੀ ਬਰਦਾਸ਼ਤ ਕਰਨ ਵਾਲੀਆਂ ਵਰਾਇਟੀਆਂ ਨਾ ਮੈਂ ਉਹੀ ਲਾਵਾਂ, ਕਿਉਂਕਿ ਉਹਨਾਂ ਦਾ ਰਿਜ਼ਲਟ ਠੀਕ ਐਰਕੀ ਜਿਸ ਤਰ੍ਹਾਂ ਮੌਸਮ ਆ ਰਿਹਾ, ਉਮੀਦ ਕੀਤੀ ਜਾਊਗੀ ਵੀ ਥੋੜ੍ਹਾ ਜਿਹਾ ਰਿਜ਼ਲਟ ਠੀਕ ਆ ਜਾਵੇ। ਬਾਕੀ ਅੱਲਾ ਨੂੰ ਬਿਹਤਰ ਪਤਾ ਕਿ ਅੱਗੇ ਮੌਸਮ ਦਾ ਕੀ ਬਣਨਾ ਵਾ। ਹੋ ਸਕਦਾ ਕਿ ਠੰਡ ਹੋ ਜਾਵੇ,
ਫਿਰ ਵੀ ਅੱਛੀ ਚੀਜ਼ ਆ, ਨਾ ਹੋਈ ਤਾਂ ਫਿਰ ਉਸ ਹਿਸਾਬ ਨਾਲ ਕਿਸਾਨ ਨੂੰ ਚੱਲਣਾ ਚਾਹੀਦਾ ਕਿ ਆਪਣੇ ਪਲੈਨਸ ਦੇਖੇ ਕਿ ਮੈਂ ਉਹਦੇ ਵਿੱਚ ਕਿਵੇਂ ਇਹਨੂੰ ਰੱਖਣਾ ਵਾ। ਇਹ ਜਨਾਬ ਮਕਈ ਆਪਣੀ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਵਾਂ, ਇਹ 2 ਏਕੜ ਲਗਾਈ ਹੋਈ ਆ ਅਤੇ ਇਹਦਾ ਉਗਾਓ ਠੀਕ ਹੋਇਆ ਹੋਇਆ। ਥੋੜ੍ਹਾ ਥੋੜ੍ਹਾ ਵਿੱਚ ਮੈਨੂੰ ਇਹਦੇ ਨਾ ਗੰਦੀ ਬੂਟੀ ਨਜ਼ਰ ਆ ਰਹੀ ਆ, ਜਿਹਨੂੰ ਆਪਾਂ ਗੰਦ ਕਹਾਂਗੇ। ਉਹਨੂੰ ਆਪਾਂ ਮਾਰਨ ਲਈ ਸਪਰੇਅ ਹੁਣ ਜਿਹੜੀ ਇਹਦੇ ਉੱਤੇ ਉਹ ਕਰਾਂਗੇ। ਹਾਲਾਂਕਿ ਅਕਸਰ ਜਿਹੜੀਆਂ ਵਾ ਪਹਿਲੇ ਸਪਰੇਅ ਕਰ ਲੈਂਦੇ ਆ ਗੰਦ ਨਾ ਉਗਰੇ। ਮੈਂ ਕਹਿੰਦਾ ਵਾਂ ਕਿ ਉਹ ਕਰਨ ਦਾ ਕੋਈ ਖ਼ਾਸ ਫਾਇਦਾ ਨਹੀਂ ਗਾ ਬਹਾਰੀਆ ਮਕਈ ਦੇ ਉੱਤੇ, ਕਿਉਂਕਿ ਇਹਨੇ ਮਹੀਨਾ ਤਾਂ ਵੈਸੇ ਨਹੀਂ ਨਿਕਲਣਾ, ਅਤੇ ਜਦੋਂ ਇਹਨੇ ਨਿਕਲਣਾ ਵਾ ਤਾਂ ਗੰਦ ਆਟੋਮੈਟਿਕਲੀ ਮਹੀਨੇ ਬਾਅਦ ਹੋ ਹੀ ਜਾਣਾ, ਭਾਵੇਂ ਜਿਹੜੀ ਵੀ ਚੰਗੀ ਕੰਪਨੀ ਦੀ ਤੁਸੀਂ ਸਪਰੇਅ ਕਰ ਲਓ। ਹਾਂ, ਜਿਹੜੀ ਆਪਣੀ ਅਗਲੀ ਮੌਸਮੀ ਮਕਈ ਆਉਣੀ ਆ ਉਹਦੇ ਉੱਤੇ ਤੁਸੀਂ ਲਾਜ਼ਮੀ ਕਰੋ ਪਹਿਲੇ ਉਗਰਨ ਤੋਂ ਪਹਿਲੇ ਵਾਲਾ ਤਰ ਬੱਤਰ ਵਾਲਾ ਸਪਰੇਅ, ਜਿਹੜਾ ਪ੍ਰੀਮੈਕਸਾ ਗੋਲਡ ਅੱਛਾ ਵਾ, ਸੋਹਣੀ ਉਹਨਾਂ ਦਾ ਨਿਆ ਸਵੇਰਾ ਵਾਲਿਆਂ ਦਾ ਉਹ ਕਰਦੇ ਨੇ ਆਵਾਮ, ਅੱਛਾ ਉਹਦਾ ਰਿਜ਼ਲਟ ਆਉਂਦਾ। ਬਹਰਹਾਲ ਇਹਦੇ ਉੱਤੇ ਆਪਾਂ ਗੰਦ ਵਾਲਾ ਸਪਰੇਅ ਕਰਾਂਗੇ, ਜਿਹਨੂੰ ਆਪਾਂ ਗੈਂਗ ਵੀ ਦੇ ਨਾਮ ਦੇ ਉੱਤੇ ਜ਼ਿਆਦਾ ਸਹੀ ਹੈ। ਅਤੇ ਗੰਦ ਦੀ ਪੋਜੀਸ਼ਨ ਦੇਖ ਕੇ ਦੇਖਾਂਗੇ ਵੀ ਕਿਹੜਾ ਸਪਰੇਅ ਕਰਨਾ ਚਾਹੀਦਾ। ਹਜੇ ਤਾਂ ਮਾਸ਼ਾਅੱਲਾ ਮੈਂ ਜਰਮੀਨੇਸ਼ਨ ਅੱਜ ਦੇਖਣ ਆਇਆ ਸੀ, ਅੱਛੀ ਆ। ਇਹਨੂੰ ਹੁਣ ਪਾਣੀ ਦੀ ਵੀ ਜ਼ਰੂਰਤ ਆ, ਇਹਨੂੰ ਹੁਣ ਖਾਦ ਪਾ ਕੇ ਇਹਨੂੰ ਪਾਣੀ ਲਾਉਂਦੇ ਹਾਂ ਜੀ, ਦੇਖਦੇ ਹਾਂ ਅੱਗੇ ਇਹਦਾ ਕੀ ਬਣਦਾ ਵਾ। ਇਹ ਆ ਜੀ ਆਪਣੇ ਮਕਈ ਦੇ ਤਕਰੀਬਨ 16.5 ਕਿੱਲੇ ਆ, ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੰਨਾ 16 ਕਿੱਲਿਆਂ ਦੇ ਉੱਤੇ ਕੀ ਖਰਚਾ ਆਇਆ, ਕੀ ਚੱਲ ਰਿਹਾ ਵਾ, ਅਤੇ ਆਖਰ ਦੇ ਉੱਤੇ ਮੁਨਾਫਾ ਕੀ ਆ। ਇਹ ਤੁਹਾਡੇ ਨਾਲ ਜ਼ਰੂਰ ਇਨਸ਼ਾਅੱਲਾ ਅੱਗੇ ਸ਼ੇਅਰ ਕਰਦੇ ਜਾਵਾਂਗੇ ਜਿਸ ਤਰ੍ਹਾਂ ਵੀਡੀਓ ਚੱਲਦੀਆਂ ਜਾਣਗੀਆਂ। ਇਸ ਟਾਈਮ ਆਪਾਂ 3 ਵਰਾਇਟੀਆਂ ਲਾਈਆਂ, 63 17, ਇਹਨਾਂ ਦਾ ਕੰਪੈਰੀਜ਼ਨ ਵੀ ਹੋ ਜਾਊਗਾ ਕਿਹੜੀ ਕਿੰਨਾ ਅੱਛਾ ਪਰਫੋਰਮ ਕਰ ਰਹੀ ਆ। 63 17, 35 55 ਅਤੇ 35 75, ਅਤੇ ਬਾਕੀ ਇਨਸ਼ਾਅੱਲਾ ਅਗਲੀ ਵੀਡੀਓ 'ਚ ਤੁਹਾਡੇ ਨਾਲ ਜ਼ਰੂਰ ਰਾਬਤਾ ਕਰਦੇ।